किताब तूफानां दा शाह असवार शहीद करतार सिंह सराभा। लेखक सरदार अजमेर सिंह। भाग 17वां। आवाज़ भाई गुरजंट सिंह रूपवाली। लाला हरदयाल दी अमरीका तो रवानगी। सराभा जथेबंदी दी उसारी विच जुटिया ਅਤੇ ਸਰਾਭਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਲਾ ਹਰਦਿਆਲ ਅਮਰੀਕੀ ਸਰਕਾਰ ਦੇ ਮਾਮਲੇ ਵਿੱਚ ਬਹੁਤ ਸੋਗਵੀਂ ਪਹੁੰਚ ਅਪਣਾ ਕੇ ਚੱਲਦਾ ਸੀ। ਉਹ ਅਮਰੀਕੀ ਸਰਕਾਰ ਦੀ ਬੇਵਜ੍ਹਾ ਨਾਰਾਜ਼ਗੀ ਸਹੇੜਨ ਤੋਂ ਪੂਰਾ ਗੁਰੇਜ਼ ਕਰਦਾ ਸੀ। ਉਹ ਅਖਬਾਰ ਵਿੱਚ ਛਪਣ ਵਾਲੀ ਹਰ ਲਿਖਤ ਬਾਰੇ ਪਹਿਲਾਂ ਵਕੀਲਾਂ ਨਾਲ ਲੋੜੀਂਦਾ ਸਲਾਹ ਮਸ਼ਵਰਾ ਕਰਦਾ ਸੀ। ਉਸ ਦਾ ਇਹ ਪੂਰਾ ਯਕੀਨ ਹੁੰਦਾ ਸੀ ਕਿ ਅਮਰੀਕੀ ਕਾਨੂੰਨ ਤੋਂ ਬਾਹਰ ਕੋਈ ਕੰਮ ਨਾ ਕੀਤਾ ਜਾਵੇ। ਜਿੰਨਾ ਚਿਰ ਤੱਕ ਉਸ ਦੇ ਅਮਰੀਕਾ ਅੰਦਰ 3 ਸਾਲ ਪੂਰੇ ਨਹੀਂ ਹੋਏ ਸਨ, ਉਨਾ ਚਿਰ ਉਹ ਹਰ ਕਦਮ ਸੰਭਲ ਕੇ ਚੁੱਕਦਾ ਰਿਹਾ। ਉਹ ਸੁਚੇਤ ਰੂਪ ਵਿੱਚ ਅਮਰੀਕੀ ਸਰਕਾਰ ਦੀ ਖਰਵੀਂ ਆਲੋਚਨਾ ਕਰਨ ਤੋਂ ਪਰਹੇਜ਼ ਕਰਦਾ ਰਿਹਾ ਅਤੇ ਉਸ ਨੇ ਆਪਣੇ ਪ੍ਰਾਪੇਗੰਡੇ ਦੀ ਧਾਰ ਬਰਤਾਨਵੀ ਸਾਮਰਾਜ ਵਿਰੁੱਧ ਸਿੱਧਤ ਰੱਖੀ। ਪਰ ਜਦੋਂ ਬਰਤਾਨਵੀ ਸਰਕਾਰ ਨੇ ਗਦਰ ਅਖਬਾਰ ਦੀਆਂ ਲਿਖਤਾਂ ਤੇ ਗਦਰ ਪਾਰਟੀ ਦੀਆਂ ਸਰਗਰਮੀਆਂ ਕਰਕੇ ਅਮਰੀਕਾ ਅੰਦਰ ਭਾਰਤੀ ਆਵਾਸੀਆਂ, ਖਾਸ ਕਰਕੇ ਸਿੱਖਾਂ ਅੰਦਰ ਬਰਤਾਨਵੀ ਸਾਮਰਾਜ ਵਿਰੁੱਧ ਤਿੱਖੀ ਨਫ਼ਰਤ ਤੇ ਰੋਹ ਦਾ ਮਾਹੌਲ ਪੈਦਾ ਹੁੰਦਾ ਵੇਖਿਆ, ਤਾਂ ਉਸ ਨੇ ਅਮਰੀਕਾ ਸਰਕਾਰ ਉੱਤੇ ਗਦਰ ਪਾਰਟੀ ਨੂੰ ਲਗਾਮ ਪਾਉਣ ਲਈ ਰਾਜਸੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਰਤਾਨਵੀ ਹਾਕਮ ਸਾਰੇ ਮਸਲੇ ਦੀ ਜੜ ਲਾਲਾ ਹਰਦਿਆਲ ਨੂੰ ਸਮਝਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਜੇਕਰ ਅਮਰੀਕੀ ਸਰਕਾਰ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜ ਦੇਵੇ ਤਾਂ ਅਮਰੀਕਾ ਅੰਦਰ ਗਦਰ ਪਾਰਟੀ ਦਾ ਸਾਰਾ ਕੰਮ ਠੱਪ ਹੋ ਜਾਵੇਗਾ। ਅਮਰੀਕੀ ਤੇ ਬਰਤਾਨਵੀ ਹਕੂਮਤਾਂ ਵਿਚਕਾਰ ਉਸ ਨੂੰ ਡਿਪੋਰਟ ਕਰਨ ਬਾਰੇ ਅੰਦਰ ਖਾਤੇ ਸਹਿਮਤੀ ਹੋ ਚੁੱਕੀ ਸੀ। ਲਾਲਾ ਹਰਦਿਆਲ ਨੂੰ ਇਸ ਦੀ ਸੂਹ ਮਿਲ ਗਈ ਸੀ। ਇਸ ਕਰਕੇ ਉਸ ਨੇ 9 ਜਨਵਰੀ 1914 ਨੂੰ ਸਾਨ ਫਰਾਂਸਿਸਕੋ ਦੀ ਇੱਕ ਅਦਾਲਤ ਵਿੱਚ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਇਜਾਜ਼ਤ ਮੰਗੀ। ਇਸ ਨਾਲ ਉਹ ਡੈਪੂਟੇਸ਼ਨ ਤੋਂ ਬਚ ਸਕਦਾ ਸੀ। ਉਦੋਂ ਤੱਕ ਉਸ ਦੇ ਅਮਰੀਕਾ ਅੰਦਰ 3 ਸਾਲ ਪੂਰੇ ਹੋ ਗਏ ਸਨ। ਇਸੇ ਦੌਰਾਨ ਲਾਲਾ ਹਰਦਿਆਲ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਸਾਨ ਫਰਾਂਸਿਸਕੋ ਅੰਦਰਲੇ ਬਰਤਾਨਵੀ ਦੂਤਾਵਾਸ ਨੇ ਉਸ ਵਿਰੁੱਧ ਰਸਮੀ ਰੂਪ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਕਰਕੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਹੋ ਗਏ। ਉਸ ਉੱਤੇ ਅਨਾਰਕਿਸਟ ਹੋਣ ਦਾ ਇਲਜ਼ਾਮ ਲਾਇਆ ਗਿਆ ਅਤੇ ਇਹ ਕਿਹਾ ਗਿਆ ਕਿ ਉਹ ਹਥਿਆਰਬੰਦ ਤਾਕਤ ਨਾਲ ਅਮਰੀਕੀ ਸਰਕਾਰ ਤੇ ਹੋਰਨਾਂ ਸਰਕਾਰਾਂ ਦਾ ਤਖਤਾ ਪਲਟਣ ਦੀਆਂ ਸਾਜ਼ਿਸ਼ਾਂ ਰਚ ਰਿਹਾ ਸੀ। ਉਧਰ ਗਦਰ ਪਾਰਟੀ ਦੇ ਆਗੂ ਵੀ ਅਮਰੀਕੀ ਤੇ ਬਰਤਾਨਵੀ ਸਰਕਾਰਾਂ ਦੀਆਂ ਚਾਲਾਂ ਉੱਤੇ ਤਿੱਖੀ ਨਜ਼ਰ ਰੱਖ ਰਹੇ ਸਨ। ਉਹਨਾਂ ਨੇ ਲਾਲਾ ਹਰਦਿਆਲ ਨੂੰ ਦਰਪੇਸ਼ ਖਤਰੇ ਨੂੰ ਭਾਂਪਦੇ ਹੋਏ ਉਸ ਦੀ ਸੁਰੱਖਿਆ ਦੇ ਉਚੇਚੇ ਇੰਤਜ਼ਾਮ ਕਰ ਲਏ ਸਨ। ਲਾਲਾ ਹਰਦਿਆਲ ਨੂੰ ਇਕੱਲਿਆਂ ਆਸ਼ਰਮ ਤੋਂ ਬਾਹਰ ਕਦੀ ਨਹੀਂ ਸੀ ਜਾਣ ਦਿੱਤਾ ਜਾਂਦਾ। ਉਸ ਦੀ ਜਾਣਕਾਰੀ ਤੋਂ ਬਿਨਾਂ ਹੀ 2 ਜੁਝਾਰੂ, ਭਾਈ ਹਰਨਾਮ ਸਿੰਘ ਕੋਟਲਾ ਤੇ ਭਾਈ ਕਰਤਾਰ ਸਿੰਘ ਸਰਾਭਾ, ਸਦਾ ਪਿਸਤੌਲ ਭਰ ਕੇ ਉਸ ਦੇ ਮਗਰ ਜਾਂ ਖੱਬੇ ਸੱਜੇ ਰਹਿੰਦੇ ਸਨ। ਲਾਲਾ ਹਰਦਿਆਲ ਨੂੰ ਇਸ ਗੱਲ ਦਾ ਘੱਟ ਵੱਧ ਹੀ ਪਤਾ ਹੁੰਦਾ ਸੀ ਕਿ 2 ਸਿਰਲੱਥ ਸੂਰਮੇ ਉਸ ਦੀ ਜਾਨ ਦੀ ਰਾਖੀ ਲਈ ਹਮੇਸ਼ਾ ਪਰਛਾਵੇਂ ਦੀ ਤਰ੍ਹਾਂ ਉਸ ਦੇ ਨਾਲ ਰਹਿੰਦੇ ਸਨ। 25 ਮਾਰਚ ਨੂੰ ਸ਼ਾਮ ਦੇ 7 ਵਜੇ ਉਸ ਨੇ ਸਾਨ ਫਰਾਂਸਿਸਕੋ ਦੇ ਇੱਕ ਹਾਲ ਵਿੱਚ ਸਮਾਜਵਾਦੀਆਂ ਦੀ ਸਭਾ ਨੂੰ ਸੰਬੋਧਨ ਕਰਨ ਜਾਣਾ ਸੀ। ਇਤਫਾਕਵਾਸ ਉਸ ਦਿਨ ਬਾਬਾ ਸੋਹਣ ਸਿੰਘ ਭਕਨਾ ਵੀ ਕਿਸੇ ਜ਼ਰੂਰੀ ਕੰਮ ਲਈ ਦਫ਼ਤਰ ਵਿੱਚ ਆਏ ਹੋਏ ਸਨ। ਲਾਲਾ ਹਰਦਿਆਲ ਨੇ ਉਹਨਾਂ ਨੂੰ ਵੀ ਸਭਾ ਵਿੱਚ ਆਉਣ ਦੀ ਉਚੇਚੀ ਬੇਨਤੀ ਕੀਤੀ, ਜਿਸ ਕਰਕੇ ਬਾਬਾ ਭਕਨਾ ਵੀ ਉਹਨਾਂ ਦੇ ਨਾਲ ਹੀ ਹੋ ਤੁਰੇ। ਉੱਥੇ ਜੋ ਹੋਇਆ ਉਸ ਦਾ ਵਰਣਨ ਬਾਬਾ ਜੀ ਨੇ ਇੰਜ ਕੀਤਾ ਹੈ। ਉਸ ਦਿਨ ਭਾਈ ਹਰਦਿਆਲ ਅਮਰੀਕਨਾਂ ਦੀ ਇੱਕ ਇਕੱਤਰਤਾ ਵਿੱਚ 7 ਵਜੇ ਲੈਕਚਰ ਦੇਣ ਲਈ ਜਾ ਰਹੇ ਸਨ। ਜਦੋਂ ਭਾਈ ਹਰਦਿਆਲ ਤੇ ਦੂਜੇ ਸਾਥੀ ਦੇਸ਼ ਭਗਤ ਟਰੈਮ ਕਾਰ ਤੋਂ ਉਤਰ ਕੇ ਉਸ ਮਕਾਨਪੁਰ ਚੜ੍ਹਨ ਲੱਗੇ ਜਿੱਥੇ ਇਕੱਠ ਹੋਣਾ ਸੀ, ਤਾਂ ਫੌਰਨ ਪੁਲਿਸ ਦੀ ਮੋਟਰ ਆ ਖੜੀ ਹੋਈ। ਇੱਕ ਪੁਲਿਸਕੇ ਨੇ ਭਾਈ ਹਰਦਿਆਲ ਨੂੰ ਵਾਰੰਟ ਦਿਖਾ ਕੇ ਆਖਿਆ ਕਿ ਕਿਰਪਾ ਕਰਕੇ ਸਾਡੇ ਨਾਲ ਰਤਾ ਥਾਣੇ ਤੱਕ ਚੱਲੋ। ਪੁਲਿਸ ਵਾਲੇ ਭਾਈ ਹਰਦਿਆਲ ਨੂੰ ਆਪਣੀ ਮੋਟਰ ਵਿੱਚ ਬਿਠਾਉਣ ਹੀ ਲੱਗੇ ਸਨ ਕਿ ਦੇਸ਼ ਭਗਤਾਂ ਨੇ ਝੱਟ ਜੇਬਾਂ ਚੋਂ ਪਿਸਤੌਲ ਕੱਢ ਲਏ ਤੇ ਮਰਨ ਮਾਰਨ ਲਈ ਤਿਆਰ ਹੋ ਗਏ। ਭਾਈ ਕਰਤਾਰ ਸਿੰਘ ਨੂੰ ਮੈਂ ਅੱਖ ਦੀ ਸੈਨਤ ਨਾਲ ਨਾ ਰੋਕਦਾ
ਤਾਂ ਕਿਸੇ ਦਾ ਕੌਡਾ ਜ਼ਰੂਰ ਚਿੱਤ ਕਰ ਦਿੰਦਾ। ਫੁੱਟਨੋਟ: ਇਸ ਘਟਨਾ ਤੋਂ ਕਰਤਾਰ ਸਿੰਘ ਸਰਾਭਾ ਦੀ ਅਸਾਧਾਰਨ ਜੰਗੀ ਪ੍ਰਤਿਭਾ ਦੀ ਝਲਕ ਮਿਲਦੀ ਹੈ ਕਿ ਉਸ ਅੰਤਾਂ ਦੇ ਤਣਾਅ ਦੀ ਘੜੀ ਵਿੱਚ ਉਸਨੇ ਆਪਣਾ ਮਾਨਸਿਕ ਸੰਤੁਲਨ ਪੂਰੀ ਤਰ੍ਹਾਂ ਬਣਾਈ ਰੱਖਿਆ ਅਤੇ ਘਾਬਰ ਕੇ ਪਿਸਤੌਲ ਦਾ ਘੋੜਾ ਨੱਪ ਦੇਣ ਦੀ ਬਜਾਏ ਆਪਣੇ ਆਗੂ ਬਾਬਾ ਭਕਨਾ ਦੇ ਅੱਖ ਦੇ ਇਸ਼ਾਰੇ ਨੂੰ ਸਮਝਣ ਤੋਂ ਉਕਾਈ ਨਹੀਂ ਕੀਤੀ। ਉਸ ਹਾਲਤ ਵਿੱਚ ਅਜਿਹਾ ਮਾਨਸਿਕ ਠਰਮਾ ਤੇ ਸਾਵਧਾਨੀ ਵਿਖਾਉਣੀ ਕੋਈ ਛੋਟੀ ਗੱਲ ਨਹੀਂ ਸੀ। ਇਸ ਉਦਮ ਨੂੰ ਦੇਖਦੇ ਹੋਏ ਪੁਲਿਸ ਵਾਲੇ ਸਮਝ ਗਏ ਕਿ ਜੇ ਇਸ ਮੌਕੇ ਭਾਈ ਹਰਦਿਆਲ ਨੂੰ ਹੱਥ ਪਾਇਆ ਤਾਂ ਜ਼ਰੂਰ ਕਈ ਜਾਨਾਂ ਜਾਣਗੀਆਂ। ਇਹ ਸੋਚ ਕੇ ਪੁਲਿਸ ਨੇ ਭਾਈ ਹਰਦਿਆਲ ਨੂੰ ਕਿਹਾ ਕਿ ਆਪ ਵਰੰਟਪੁਰ ਸਹੀ ਪਾ ਦਿਓ ਤੇ ਭਲਕੇ ਅਦਾਲਤ ਵਿੱਚ ਹਾਜ਼ਰ ਹੋ ਕੇ ਮੁਕੱਦਮੇ ਦੇ ਫੈਸਲੇ ਹਾਜ਼ਰ ਜ਼ਮਾਨਤ ਕਰ ਦਿਓ। ਭਾਈ ਹਰਦਿਆਲ ਨੇ ਵਰੰਟਪੁਰ ਦਸਤਖਤ ਕਰ ਦਿੱਤੇ ਤੇ ਪੁਲਿਸ ਮੁੜ ਆਈ। ਅਗਲੇ ਦਿਨ ਲਾਲਾ ਹਰਦਿਆਲ ਐਂਜਲ ਆਈਲੈਂਡ ਵਿਖੇ ਇਮੀਗ੍ਰੇਸ਼ਨ ਸੈਂਟਰ, ਜਿੱਥੇ ਉਸ ਦੀ ਸੁਣਵਾਈ ਹੋਣੀ ਸੀ, ਪਹੁੰਚਿਆ। ਉਸ ਨੂੰ ਨੈਤਿਕ ਹਮਾਇਤ ਜਤਾਉਣ ਲਈ 200 ਦੇ ਕਰੀਬ ਭਾਰਤੀ ਤੇ ਕੁਝ ਗੋਰੇ ਉੱਥੇ ਪਹੁੰਚੇ। 3 ਘੰਟੇ ਉਸ ਦੀ ਤਫਤੀਸ਼ ਹੁੰਦੀ ਰਹੀ। ਉਸ ਨੂੰ ਵਕੀਲ ਕਰਨ ਦੀ ਆਗਿਆ ਨਾ ਦਿੱਤੀ ਗਈ। ਇਮੀਗ੍ਰੇਸ਼ਨ ਅਧਿਕਾਰੀ ਫਰੈਂਕ ਐਨਸੋਵਰਥ ਨੇ ਹਰਦਿਆਲ ਨੂੰ ਉਸ ਦੇ ਵਿਚਾਰਾਂ ਤੇ ਸਰਗਰਮੀਆਂ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਪੁੱਛੇ। ਲਾਲਾ ਹਰਦਿਆਲ ਨੇ ਸਾਰੇ ਸਵਾਲਾਂ ਦੇ ਜਵਾਬ ਧੜੱਲੇ ਨਾਲ ਦਿੱਤੇ। ਉਸ ਨੇ ਕਿਹਾ, ਬਰਤਾਨਵੀ ਸਾਮਰਾਜ, ਆਇਰਲੈਂਡ, ਭਾਰਤ ਅਤੇ ਮਿਸਰ ਦੇ ਲੱਖਾਂ ਲੋਕਾਂ ਦਾ ਖੂਨ ਚੂਸ ਰਿਹਾ ਹੈ। ਉਸ ਨੇ ਅਨਾਰਕਿਸਟ ਤੇ ਹਿੰਸਾ ਦਾ ਹਮਾਇਤੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪ੍ਰਚਾਰ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਦਾ ਹਾਮੀ ਹੈ। ਜਦੋਂ ਉਸ ਨੂੰ ਇਹ ਕਿਹਾ ਗਿਆ ਕਿ ਤੂੰ ਬਰਤਾਨਵੀ ਸਰਕਾਰ ਨੂੰ ਉਲਟਾਉਣ ਲਈ ਅਮਰੀਕਾ ਤੇ ਸਾਨ ਫਰਾਂਸਿਸਕੋ ਨੂੰ ਅੱਡਾ ਬਣਾਇਆ ਹੋਇਆ ਹੈ, ਤਾਂ ਉਸ ਨੇ ਠੋਕ ਵਜਾ ਕੇ ਉੱਤਰ ਦਿੱਤਾ ਕਿ ਹਾਂ, ਇਸੇ ਮੰਤਵ ਲਈ ਮੈਂ ਇੱਥੇ ਹਾਂ। ਜੇ ਮੈਂ ਇਹ ਕੰਮ ਇੱਥੇ ਰਹਿ ਕੇ ਨਾ ਕਰ ਸਕਿਆ ਤਾਂ ਮੈਂ ਕਿਸੇ ਹੋਰ ਦੇਸ਼ ਨੂੰ ਚਲਾ ਜਾਵਾਂਗਾ। ਉਸ ਨੇ ਰੋਸ ਜ਼ਾਹਰ ਕਰਦਿਆਂ ਅਮਰੀਕੀ ਸਰਕਾਰ ਉੱਤੇ ਇਹ ਇਲਜ਼ਾਮ ਲਾਇਆ ਕਿ ਉਹ ਇਸ ਵੇਲੇ ਘਿਰਨਤ ਬਰਤਾਨੀਆ ਦੇ ਹੇਠਾਂ ਲੱਗ ਗਈ ਹੈ, ਜਿਸ ਕਰਕੇ ਮੇਰੀ ਗ੍ਰਿਫਤਾਰੀ ਹੋਈ। ਡੈਮੋਕ੍ਰੈਟਿਕ ਪ੍ਰਸ਼ਾਸਨ ਇੰਗਲੈਂਡ ਦੀਆਂ ਜੁੱਤੀਆਂ ਚੱਟ ਰਿਹਾ ਹੈ। 2 ਦਿਨਾਂ ਬਾਅਦ ਉਸ ਨੂੰ $1000 ਦੀ ਨਕਦ ਜ਼ਮਾਨਤ ਲੈ ਕੇ ਛੱਡ ਦਿੱਤਾ ਗਿਆ। ਪਰ ਲਾਲਾ ਹਰਦਿਆਲ ਦੇ ਕਈ ਅਮਰੀਕਨ ਮਿੱਤਰਾਂ ਨੇ ਅਮਰੀਕਾ ਸਰਕਾਰ ਉੱਤੇ ਬਰਤਾਨਵੀ ਸਰਕਾਰ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਇਹ ਸਲਾਹ ਦਿੱਤੀ ਕਿ ਉਸ ਦਾ ਹੁਣ ਅਮਰੀਕਾ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ। ਬਾਬਾ ਭਕਨਾ ਜੀ ਦੇ ਮੁਤਾਬਕ ਲਾਲਾ ਹਰਦਿਆਲ ਨੇ ਇਹ ਮਾਮਲਾ ਗਦਰ ਪਾਰਟੀ ਦੀ ਮੋਹਰੀ ਕਮੇਟੀ ਅੱਗੇ ਪੇਸ਼ ਕੀਤਾ ਅਤੇ ਸਾਰੇ ਪਹਿਲੂ ਵਿਚਾਰਨ ਤੋਂ ਬਾਅਦ ਕਮੇਟੀ ਨੇ ਵੀ ਲਾਲਾ ਜੀ ਨੂੰ ਅਮਰੀਕਾ ਤੋਂ ਬਚ ਕੇ ਕੱਢ ਦੇਣਾ ਹੀ ਯੋਗ ਸਮਝਿਆ। ਪਾਰਟੀ ਨੇ ਉਸ ਦੇ ਸਫ਼ਰ ਦੇ ਖਰਚ ਤੇ ਜ਼ਰੂਰੀ ਸਮਾਨ ਦਾ ਪੂਰਾ ਪ੍ਰਬੰਧ ਕਰ ਦਿੱਤਾ ਅਤੇ ਨਗਦ ਡਾਲਰ ਵੀ ਕਾਫੀ ਦੇ ਦਿੱਤੇ। ਜ਼ਮਾਨਤ ਵਾਲਾ $1000 ਵੀ ਅਦਾਲਤ ਵਿੱਚ ਹੀ ਛੱਡ ਦਿੱਤਾ। ਸੋ ਇਸ ਤਰ੍ਹਾਂ ਪਾਰਟੀ ਨੇ ਲਾਲਾ ਹਰਦਿਆਲ ਨੂੰ ਪੂਰਨ ਸੁਰੱਖਿਆ ਦੇ ਨਾਲ ਅਮਰੀਕਾ ਤੋਂ ਸਵਿਟਜ਼ਰਲੈਂਡ ਘੱਲ ਦਿੱਤਾ। ਜਾਣ ਲੱਗਿਆਂ ਉਸਨੇ ਬਾਬਾ ਭਕਨਾ ਜੀ ਨੂੰ ਇਹ ਜ਼ਰੂਰੀ ਤਾਕੀਦ ਕਰ ਦਿੱਤੀ ਕਿ ਰਾਮਚੰਦਰ ਜੋ ਆਸ਼ਰਮ ਵਿੱਚ ਰਹਿੰਦਾ ਏ ਤਿਆਗੀ ਬੰਦਾ ਨਹੀਂ ਹੈ, ਆਪ ਨੇ ਉਸ ਦਾ ਖਿਆਲ ਰੱਖਣਾ। ਇਸ ਤਰ੍ਹਾਂ ਲਾਲਾ ਹਰਦਿਆਲ ਨੇ ਨਵੰਬਰ ਦੇ ਸ਼ੁਰੂ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਤਕਰੀਬਨ 5 ਮਹੀਨੇ ਦਫ਼ਤਰ ਵਿੱਚ ਰਹਿ ਕੇ ਅਖਬਾਰ ਦਾ ਕੰਮ ਕੀਤਾ। ਵਿੱਚ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਪਾਰਟੀ ਦੀਆਂ ਸਭਾਵਾਂ ਨੂੰ ਵੀ ਸੰਬੋਧਨ ਕਰਦਾ ਰਿਹਾ। ਇਹਨਾਂ 5 ਮਹੀਨਿਆਂ ਦੌਰਾਨ ਉਸਨੇ ਪੂਰੀ ਤਨਦੇਹੀ ਤੇ ਗਰਮਜੋਸ਼ੀ ਨਾਲ ਕੰਮ ਕੀਤਾ। ਉਸ ਦੇ ਲੇਖਾਂ ਤੇ ਭਾਸ਼ਣਾਂ ਨੇ ਭਾਰਤੀ ਆਵਾਸੀਆਂ ਨੂੰ ਅਰਾਜਸੀ ਤਾਜ ਚਾੜਿਆ। ਉਸ ਨੇ ਦਫ਼ਤਰ ਵਿੱਚ ਦੂਸਰੇ ਵਰਕਰਾਂ ਵਾਂਗੂ ਬਹੁਤ ਹੀ ਸਾਦਾ ਤੇ ਸੰਜਮੀ ਜੀਵਨ ਬਤੀਤ ਕੀਤਾ। ਇਸ ਦੌਰਾਨ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਉਸ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ। ਪਰ ਅਮਰੀਕਾ ਤੋਂ ਵਿਦਾ ਹੋ ਜਾਣ ਤੋਂ ਬਾਅਦ ਉਸ ਨੇ ਪਾਰਟੀ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ। ਉਸ ਨੇ ਪਾਰਟੀ ਨਾਲ ਸੰਪਰਕ ਕਰਨ ਦਾ ਕੋਈ ਯਤਨ ਨਾ ਕੀਤਾ। ਥੋੜੇ ਹੀ ਚਿਰ ਬਾਅਦ ਉਸ ਦੇ ਵਿਚਾਰਾਂ ਵਿੱਚ ਵੱਡਾ ਪਲਟਾ ਆ ਗਿਆ। ਉਸ ਨੇ ਬਰਤਾਨਵੀ ਸਾਮਰਾਜ ਦਾ ਵਿਰੋਧ ਛੱਡ ਕੇ ਇਸ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਧਰਮ ਨਿਰਪੱਖਤਾ ਦਾ ਮਖੌਟਾ ਲਾ ਦਿੱਤਾ ਅਤੇ ਹਿੰਦੂ ਕੱਟੜਵਾਦੀ ਵਿਚਾਰਧਾਰਾ ਦਾ ਨਿਰਲੱਜ ਹਮੈਤੀ ਬਣ ਗਿਆ। ਸਰਾਭਾ ਜਥੇਬੰਦੀ ਦੀ ਉਸਾਰੀ ਵਿੱਚ ਜੁਟਿਆ। 15 ਫਰਵਰੀ 1914 ਨੂੰ ਭਾਈ ਕਰਤਾਰ ਸਿੰਘ ਸਰਾਭਾ ਤੇ ਬਾਬਾ ਜਵਾਲਾ ਸਿੰਘ ਹੋਰਾਂ ਨੇ
ਸਟਾਕਟਨ ਵਿਖੇ ਭਾਰੀ ਰਾਜਸੀ ਕਾਨਫਰੰਸ ਰੱਖੀ। ਅਖਬਾਰ ਵਿੱਚ ਇਸ਼ਤਿਹਾਰ ਰਾਹੀਂ ਸਾਰੇ ਅਮਰੀਕਾ ਵਿੱਚੋਂ ਦੇਸ਼ ਭਗਤਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ। ਓਰੇਗਾਨ ਰਿਆਸਤ ਦੇ ਸਾਰੇ ਭਾਰਤੀਆਂ ਨੇ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕੇਸਰ ਸਿੰਘ ਠਾਠਗੜ੍ਹ ਨੂੰ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਪਣੇ ਨੁਮਾਇੰਦੇ ਚੁਣਿਆ। ਆਸਟੋਰੀਆ ਤੋਂ ਭਾਈ ਗਾਂਧਾ ਸਿੰਘ ਉਰਫ ਭਗਤ ਸਿੰਘ ਤੇ ਮੁਨਸ਼ੀ ਰਾਮ ਤੇ ਇੱਕ ਹੋਰ ਦੇਸ਼ ਭਗਤ ਆਪਣੀ ਖੁਸ਼ੀ ਨਾਲ ਹੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਏ। ਇਹ ਪੰਜੇ ਆਗੂ ਸਾਨ ਫਰਾਂਸਿਸਕੋ ਹੁੰਦੇ ਹੋਏ ਸਟਾਕਟਨ ਪਹੁੰਚੇ। ਉੱਥੇ ਉਹਨਾਂ ਦੀ ਮੁਲਾਕਾਤ ਸਟਾਕਟਨ ਦੇ ਗੁਰਦੁਆਰੇ ਦੀ ਕਮੇਟੀ ਦੇ ਅਹੁਦੇਦਾਰਾਂ ਨਾਲ ਹੋਈ। ਇੱਥੇ ਆ ਕੇ ਬਾਬਾ ਭਕਨਾ ਨੂੰ ਓਰੇਗਾਨ ਸਟੇਟ ਦੀ ਤੁਲਨਾ ਵਿੱਚ ਕੈਲੀਫੋਰਨੀਆ ਅੰਦਰ ਜਥੇਬੰਦੀ ਦਾ ਕੰਮ ਕੁਝ ਢਿੱਲਾ ਜਾਪਿਆ। ਇੱਥੇ ਓਰੇਗਾਨ ਵਾਂਗੂ ਵੱਖ-ਵੱਖ ਥਾਵਾਂ ਤੇ ਪਾਰਟੀ ਦੀਆਂ ਬ੍ਰਾਂਚਾਂ ਸਥਾਪਿਤ ਨਹੀਂ ਹੋਈਆਂ ਸਨ। ਇਸ ਦਾ ਵੱਡਾ ਕਾਰਨ ਇਹ ਸੀ ਕਿ ਇੱਥੇ ਖੇਤਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਓਰੇਗਾਨ ਵਾਂਗੂ ਇੱਕ ਥਾਂ ਇਕੱਠੇ ਨਹੀਂ ਰਹਿੰਦੇ ਸਨ। ਉਹ ਦੂਰ-ਦੂਰ ਫਾਰਮਾਂ ਵਿੱਚ ਰਹਿੰਦੇ ਸਨ। ਇਸ ਕਰਕੇ ਖਿੰਡੇ ਬਿਖਰੇ ਹੋਣ ਕਾਰਨ ਇੱਥੇ ਜਥੇਬੰਦੀ ਬਣਾਉਣੀ ਜ਼ਿਆਦਾ ਮੁਸ਼ਕਲ ਸੀ। ਇਹ ਹਾਲਤ ਦੇਖ ਕੇ ਬਾਬਾ ਭਕਨਾ ਜੀ ਨੇ ਓਰੇਗਾਨ ਮੁੜ ਜਾਣ ਦੀ ਥਾਂ ਇੱਥੇ ਰਹਿ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਨਿਰਣਾ ਕੀਤਾ। ਇਸ ਕੰਮ ਵਾਸਤੇ ਉਹਨਾਂ ਨੇ ਭਾਈ ਕਰਤਾਰ ਸਿੰਘ ਸਰਾਭਾ ਤੇ ਭਾਈ ਗਾਂਧਾ ਸਿੰਘ ਨੂੰ ਆਪਣੇ ਨਾਲ ਰਲਾ ਲਿਆ। ਇਹ ਦੋਵੇਂ ਪਹਿਲਾਂ ਕੈਲੀਫੋਰਨੀਆ ਵਿੱਚ ਹੀ ਖੇਤਾਂ ਅੰਦਰ ਕੰਮ ਕਰਦੇ ਰਹੇ ਸਨ। ਇਸ ਕਰਕੇ ਇਹਨਾਂ ਨੂੰ ਪੰਜਾਬੀ ਕਿਸਾਨਾਂ ਦੇ ਟਿਕਾਣਿਆਂ ਦੀ ਕਾਫੀ ਜਾਣਕਾਰੀ ਸੀ। ਕੁਝ ਸਮੇਂ ਪਿੱਛੋਂ ਭਾਈ ਕਰਤਾਰ ਸਿੰਘ ਲਤਾਲਾ ਉਰਫ ਦੁੱਕੀ ਵੀ ਉਹਨਾਂ ਨਾਲ ਰਲ ਗਿਆ ਸੀ। ਇਨ੍ਹਾਂ ਸੰਗਰਾਮੀਆਂ ਨੇ ਫਾਰਮਾਂ ਅੰਦਰ ਖਿੰਡੇ ਬਿਖਰੇ ਪੰਜਾਬੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦੀ ਦੇ ਧਾਗੇ ਵਿੱਚ ਪਰੋਣ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਇਸ ਬਾਰੇ ਬਾਬਾ ਸੋਹਣ ਸਿੰਘ ਭਕਨਾ ਦੇ ਹੇਠ ਲਿਖੇ ਵਰਣਨ ਤੋਂ ਉਹਨਾਂ ਦੀ ਕੰਮ ਕਰਨ ਦੀ ਲਗਨ, ਜੋਸ਼ ਤੇ ਜਜ਼ਬੇ ਦੀ ਤਸਵੀਰ ਪੂਰੀ ਤਰ੍ਹਾਂ ਉਘੜ ਆਉਂਦੀ ਹੈ। ਬਾਬਾ ਜੀ ਨੇ ਲਿਖਿਆ ਹੈ, ਅਸੀਂ ਸਵੇਰ ਤੋਂ ਸ਼ਾਮ ਤੱਕ ਬਰਾਬਰ ਚੱਕਰ ਕੱਢਦੇ ਫਿਰਦੇ ਤੇ ਹਿੰਦੀਆਂ ਪਾਸ ਜਾ ਜਾ ਕੇ ਮਿਲਦੇ ਅਤੇ ਉਹਨਾਂ ਨੂੰ ਬਕਾਇਦਾ ਜਥੇਬੰਦ ਕਰਦੇ। ਅਸੀਂ ਆਪਣੀ ਧੁਨ ਵਿੱਚ ਮਗਨ ਸਾਰਾ ਦਿਨ ਟੁਰੇ ਰਹਿੰਦੇ ਸਾਂ ਪੈਦਲ। ਜਦ ਕਦੀ ਸਾਡੇ ਕੱਪੜੇ ਵਧੇਰੇ ਖਰਾਬ ਹੋ ਜਾਂਦੇ ਸਨ ਤਾਂ ਇੱਕ ਅੱਧਾ ਦਿਨ ਵਿਸ਼ਰਾਮ ਕਰਨ ਦੀ ਲੋੜ ਹੁੰਦੀ ਸੀ ਤਾਂ ਭਾਈ ਵਿਸਾਖਾ ਸਿੰਘ ਜੀ ਤੇ ਭਾਈ ਜਵਾਲਾ ਸਿੰਘ ਜੀ ਦੇ ਘਰ ਜਾ ਕੇ ਟਿਕਦੇ ਹੁੰਦੇ ਸਾਂ ਤੇ ਉੱਥੇ ਹੀ ਕੱਪੜੇ ਸਾਫ਼ ਕਰਦੇ ਸਾਂ, ਕਿਉਂ ਜੋ ਇਹਨਾਂ ਗੁਰਮੁਖਾਂ ਦੇ ਘਰ ਦੇਸ਼ ਭਗਤਾਂ ਦੇ ਸੁੱਖ ਧਾਮ ਸਨ। ਮੇਰੀ ਜਾਚੇ ਕੈਲੀਫੋਰਨੀਆ ਵਿੱਚ ਸ਼ਾਇਦ ਹੀ ਕੋਈ ਦੇਸ਼ ਭਗਤ ਹੋਵੇਗਾ ਜਿਸ ਨੇ ਇਸ ਘਰ ਵਿੱਚ 2-4 ਦਿਨ ਆ ਕੇ ਸੁਖਾਸਨ ਨਾ ਕੀਤਾ ਹੋਵੇ ਤੇ ਪ੍ਰੇਮ ਪ੍ਰਸ਼ਾਦ ਨਾ ਛਕਿਆ ਹੋਵੇ। ਸੰਤ ਤੇਜਾ ਸਿੰਘ ਜੀ ਢੇਰ ਚਿਰ ਇਹਨਾਂ ਦੇ ਦੇਸ਼ ਭਗਤਾਂ ਦੇ ਘਰ ਹੀ ਟਿਕੇ ਰਹੇ। ਭਾਈ ਹਰਦਿਆਲ ਸਿੰਘ ਨੇ ਵੀ ਗਰਮੀਆਂ ਵਿੱਚ ਕਈ ਵਾਰ ਜਵਾਲਾ ਸਿੰਘ ਜੀ ਦੇ ਘਰ ਅਸ਼ਰਾਮ ਕੀਤਾ। ਬਾਬਾ ਜੀ ਨੇ ਆਪਣਾ ਤਜਰਬਾ ਬਿਆਨ ਕਰਦਿਆਂ ਦੱਸਿਆ ਕਿ ਕੈਲੀਫੋਰਨੀਆ ਅੰਦਰ ਜਥੇਬੰਦੀ ਉਸਾਰਨ ਵਿੱਚ ਦੋ ਗੱਲਾਂ ਅੜਿੱਕਾ ਬਣੀਆਂ ਹੋਈਆਂ ਸਨ। ਇੱਕ, ਕਿਸਾਨਾਂ ਤੇ ਮਜ਼ਦੂਰਾਂ ਦੇ ਦਿਲਾਂ ਵਿੱਚ ਪੜ੍ਹੇ ਲਿਖੇ ਲੋਕਾਂ ਪ੍ਰਤੀ ਬੇਵਿਸ਼ਵਾਸੀ ਬਣੀ ਹੋਈ ਸੀ। ਉਹ ਸਮਝਦੇ ਸਨ ਕਿ ਪੜ੍ਹੇ ਲਿਖੇ ਲੋਕ ਸਿਰਫ ਗੱਲਾਂ ਵਾਲੇ ਹਨ ਅਤੇ ਉਹਨਾਂ ਅੰਦਰ ਕੁਰਬਾਨੀ ਦਾ ਜਜ਼ਬਾ ਨਹੀਂ ਹੈ। ਉਹ ਗੱਲਾਂ ਮਾਰ ਕੇ ਉਹਨਾਂ ਕੋਲੋਂ ਪੈਸੇ ਬਟੋਰ ਕੇ ਤੁਰਦੇ ਬਣਦੇ ਹਨ। ਇਸ ਧਾਰਨਾ ਦੀ ਪੁਸ਼ਟੀ ਖੁਸ਼ਵੰਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਵੀ ਕੀਤੀ ਹੈ। ਖੁਸ਼ਵੰਤ ਸਿੰਘ ਨੇ ਉੱਤਰੀ ਅਮਰੀਕਾ ਅੰਦਰ ਗਦਰ ਲਹਿਰ ਦਾ ਸਮਾਜ ਵਿਗਿਆਨਕ ਵਿਸ਼ਲੇਸ਼ਣ ਕਰਦਿਆਂ ਲਿਖਿਆ ਹੈ, ਭਾਰਤੀ ਆਵਾਸੀ ਭਾਈਚਾਰੇ ਦੇ ਅੰਦਰ ਦੂਰੀ ਲੀਡਰਸ਼ਿਪ ਪੈਦਾ ਹੋ ਗਈ ਸੀ। ਅਸਰਦਾਰ ਕੰਟਰੋਲ ਅਨਪੜ੍ਹ ਸਿੱਖ ਕਿਰਤੀ ਜਮਾਤ, ਜਿਹੜੀ ਗਿਣਤੀ ਵਿੱਚ ਵੱਡੀ ਸੀ, ਦੇ ਹੱਥਾਂ ਵਿੱਚ ਰਿਹਾ। ਇਸ ਜਮਾਤ ਦੀ ਤਰਜਮਾਨੀ ਵੈਨਕੂਵਰ ਅੰਦਰ ਭਾਗ ਸਿੰਘ, ਕੈਲੀਫੋਰਨੀਆ ਅੰਦਰ ਜਵਾਲਾ ਸਿੰਘ, ਸੰਤੋਖ ਸਿੰਘ ਤੇ ਸੋਹਣ ਸਿੰਘ ਭਕਨਾ ਅਤੇ ਭਗਵਾਨ ਸਿੰਘ ਗਿਆਨੀ, ਜਿਹੜਾ ਹਾਂਗਕਾਂਗ ਗੁਰਦੁਆਰੇ ਵਿੱਚ ਗ੍ਰੰਥੀ ਰਹਿ ਚੁੱਕਾ ਸੀ ਤੇ ਮੰਨਿਆ ਪਰਮੰਨਿਆ ਬੁਲਾਰਾ ਸੀ, ਵਰਗੇ ਲੋਕ ਕਰਦੇ ਸਨ। ਕਿਉਂਕਿ ਆਵਾਸੀਆਂ ਦਾ ਵਕੀਲਾਂ ਤੇ ਸਰਕਾਰੀ ਮਹਿਕਮਿਆਂ ਨਾਲ ਵਾਹ ਪੈਂਦਾ ਰਹਿੰਦਾ ਸੀ, ਇਸ ਕਰਕੇ ਉਹਨਾਂ ਨੂੰ ਅਜਿਹੇ ਬੁਲਾਰਿਆਂ ਦੀ ਲੋੜ ਸੀ ਜਿਹੜੇ ਅੰਗਰੇਜ਼ੀ ਬੋਲ ਸਕਦੇ ਸਨ। ਉਹਨਾਂ ਚੋਂ ਸਭ ਤੋਂ ਵੱਧ ਅਹਿਮ ਸਥਾਨ ਹਰਦਿਆਲ ਦਾ ਸੀ। ਉਸ ਤੋਂ ਦੂਜੇ ਨੰਬਰ ਤੇ ਪੇਸ਼ਾਵਰੀ ਬ੍ਰਾਹਮਣ ਰਾਮਚੰਦਰ ਸੀ। ਵੈਨਕੂਵਰ ਅੰਦਰ ਤਾਰਕਨਾਥ ਦਾਸ ਤੇ ਸੇਠ ਹੁਸੈਨ ਰਹੀਮ ਉਰਫ ਸ਼ਗਨ ਲਾਲ ਵਰਮਾ ਸਨ। ਇਹਨਾਂ ਦੋ ਵਰਗਾਂ ਵਿਚਕਾਰ ਟਕਰਾਅ ਅਟਲ ਸੀ।
ਸਿੱਖ ਹਿੰਦੂਆਂ ਨੂੰ ਅੰਗਰੇਜ਼ੀ ਜਾਣਨ ਬੋਲਣ ਵਾਲੇ ਬਾਬੂਆਂ ਵਜੋਂ ਦੇਖਦੇ ਸਨ ਅਤੇ ਉਹਨਾਂ ਕੋਲੋਂ ਇਹ ਤਵੱਕੋ ਕਰਦੇ ਸਨ ਕਿ ਉਹ ਉਹਨਾਂ ਦੇ ਕਹਿਣ ਮੁਤਾਬਕ ਚੱਲਣ। ਪਰ ਹਿੰਦੂ ਸਿੱਖਾਂ ਨਾਲ ਉਸੇ ਤਿਰਸਕਾਰ ਨਾਲ ਪੇਸ਼ ਆਉਂਦੇ ਸਨ ਜਿਵੇਂ ਸ਼ਹਿਰੀ ਵਕੀਲ ਆਪਣੀ ਪੇਂਡੂ ਅਸਾਮੀ ਜਿੱਤੋਂ ਉਹ ਪੈਸੇ ਝਾੜਦਾ ਹੈ ਨਾਲ ਪੇਸ਼ ਆਉਂਦਾ ਹੈ। ਕਈ ਵਾਰ ਇਸ ਦੇ ਨਤੀਜੇ ਤਰਾਸਦਿਕ ਨਿਕਲਦੇ। ਉੱਤਰੀ ਅਮਰੀਕਾ ਅੰਦਰ ਭਾਰਤੀ ਦੇਸ਼ ਭਗਤੀ ਦਾ ਪ੍ਰਚਾਰ ਕਰਨ ਵਾਲੇ ਜ਼ਿਆਦਾਤਰ ਬੰਗਾਲੀ ਬਾਬੂ ਸਨ। ਲਾਲਾ ਲਾਜਪਤ ਰਾਏ ਨੇ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਇਸ ਵਰਗ ਬਾਰੇ ਹੇਠ ਲਿਖੇ ਵਿਚਾਰ ਪ੍ਰਗਟ ਕੀਤੇ ਹਨ। ਬੰਗਾਲੀ ਕ੍ਰਾਂਤੀਕਾਰੀਆਂ ਚੋਂ ਜ਼ਿਆਦਾਤਰ ਮੈਨੂੰ ਉੱਕਾ ਹੀ ਬੇਅਸੂਲੇ ਨਜ਼ਰ ਆਏ, ਮੁਹਿੰਮ ਚਲਾਉਣ ਦੇ ਮਾਮਲੇ 'ਚ ਵੀ ਅਤੇ ਫੰਡਾਂ ਨੂੰ ਉਗਰਾਉਣ ਤੇ ਖਰਚਣ ਦੇ ਮਾਮਲੇ 'ਚ ਵੀ। ਉਹਨਾਂ ਦੀ ਦੇਸ਼ ਭਗਤੀ ਲਾਹੇ ਤੇ ਮੁਨਾਫੇ ਦੀ ਸੋਚ ਨਾਲ ਗ੍ਰਹਿਣੀ ਹੋਈ ਸੀ। ਉਹਨਾਂ ਨੇ ਅਯਾਸੀ ਕਰਨ ਉੱਤੇ ਬੇਥਾਹ ਪੈਸਾ ਖਰਚਿਆ। ਉਹਨਾਂ 'ਚੋਂ ਬਹੁਤੇ ਭਵਿੱਖ ਦੇ ਖਰਚਿਆਂ ਲਈ ਵੱਧ ਤੋਂ ਵੱਧ ਧਨ ਬਚਾਉਣ ਬਾਰੇ ਫਿਕਰਮੰਦ ਸਨ। ਉਹ ਦੂਸਰਿਆਂ ਕੋਲੋਂ ਹਮੇਸ਼ਾ ਦਿਆਲਤਾ, ਪ੍ਰਾਹੁਣਾਚਾਰੀ ਤੇ ਇਮਦਾਦ ਲੈਣ ਲਈ ਉਤਾਵਲੇ ਹੁੰਦੇ ਸਨ, ਪਰ ਆਪ ਅਜਿਹਾ ਘੱਟ ਹੀ ਕਰਦੇ ਸਨ। ਉਹ ਆਪਸ ਵਿੱਚ ਖੈਬੜਦੇ ਰਹੇ ਅਤੇ ਕਈ ਵਾਰ ਇੱਕ ਦੂਜੇ ਦੀ ਡਟ ਕੇ ਡੰਨ ਲਾਉਂਦੇ ਰਹੇ, ਪਰ ਗੈਰ ਬੰਗਾਲੀਆਂ ਦੇ ਵਿਰੁੱਧ ਉਹ ਇਕਜੁੱਟ ਹੋ ਜਾਂਦੇ ਸਨ। ਅਮਰੀਕਾ ਅੰਦਰ ਬੰਗਾਲੀ ਕ੍ਰਾਂਤੀਕਾਰੀਆਂ ਨੇ ਉਸ ਦੇਸ਼ ਵਿੱਚ ਤੇ ਜਰਮਨ ਹਲਕਿਆਂ ਵਿੱਚ ਆਪਣੇ ਕਾਜ ਲਈ ਬਦਨਾਮੀ ਹੀ ਖੱਟੀ ਹੈ, ਹੋਰ ਕੁਝ ਨਹੀਂ। ਉਹਨਾਂ ਦੀ ਤੁਲਨਾ ਵਿੱਚ ਸਿੱਖ ਕੁੱਲ ਮਿਲਾ ਕੇ ਸ਼ੁੱਧ ਅਤੇ ਵੱਧ ਬੇਗਰਜ਼ ਤੇ ਸੰਜਮ ਤੇ ਬੰਧੇਜ ਵਿੱਚ ਰਹਿਣ ਵਾਲੇ ਸਾਬਤ ਹੋਏ। ਮੈਨੂੰ ਅਜੇ ਤੱਕ ਅਜਿਹਾ ਇੱਕ ਵੀ ਸਿੱਖ ਇਨਕਲਾਬੀ ਨਹੀਂ ਮਿਲਿਆ ਜਿਸ ਨੂੰ ਮੈਂ ਇਨਕਲਾਬੀ ਫੰਡਾਂ ਨੂੰ ਹੜੱਪ ਕਰ ਜਾਣ ਦਾ ਦੋਸ਼ੀ ਸਮਝਿਆ ਹੋਵੇ। ਇਸ ਦੀ ਬਜਾਏ ਉਹਨਾਂ 'ਚ ਬਹੁਤਿਆਂ ਨੇ ਆਤਮ ਤਿਆਗ ਦਾ ਜੀਵਨ ਬਤੀਤ ਕੀਤਾ ਅਤੇ ਆਪਣੇ ਆਪ ਨੂੰ ਹਮੇਸ਼ਾ ਖਤਰਿਆਂ ਦੇ ਮੂੰਹ ਵਿੱਚ ਧੱਕਿਆ। ਬਾਬਾ ਭਕਨਾ ਜੀ ਦੇ ਮੁਤਾਬਕ ਕੈਲੀਫੋਰਨੀਆ ਅੰਦਰ ਜਥੇਬੰਦੀ ਦੀ ਉਸਾਰੀ ਵਿੱਚ ਦੂਜਾ ਵੱਡਾ ਅੜਿੱਕਾ ਇਹ ਸੀ ਕਿ ਮੁਸਲਮਾਨਾਂ ਦੇ ਹਿਰਦਿਆਂ ਅੰਦਰ ਲਾਲਾ ਹਰਦਿਆਲ ਪ੍ਰਤੀ ਕੁਝ ਇਤਰਾਜ਼ ਸਨ, ਜਿਸ ਕਰਕੇ ਉਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਸਨ। ਬਾਬਾ ਜੀ ਨੇ ਮੁਸਲਮਾਨ ਭਰਾਵਾਂ ਦੀ ਲਾਲਾ ਹਰਦਿਆਲ ਤੇ ਨਾਰਾਜ਼ਗੀ ਦਾ ਵੱਡਾ ਕਾਰਨ ਇਹ ਦੱਸਿਆ ਹੈ ਕਿ ਬਾਬਾ ਜਵਾਲਾ ਸਿੰਘ ਦੇ ਵਜ਼ੀਫਿਆਂ ਤੇ ਪੜ੍ਹਨ ਆਏ ਵਿਦਿਆਰਥੀਆਂ ਦੀ ਚੋਣ ਕਰਨ ਦੇ ਮਾਮਲੇ ਵਿੱਚ ਲਾਲਾ ਹਰਦਿਆਲ ਨੇ ਮੁਸਲਮਾਨਾਂ ਨਾਲ ਭੇਦਭਾਵ ਕੀਤਾ ਸੀ। ਉਸ ਨੇ ਜਾਣਬੁੱਝ ਕੇ ਇੱਕ ਮੁਸਲਮਾਨ ਵਿਦਿਆਰਥੀ ਨੂੰ ਵਜ਼ੀਫੇ ਤੋਂ ਵਿਰਵਾ ਰੱਖਿਆ ਸੀ ਅਤੇ ਉਸ ਦੀ ਥਾਂ ਇੱਕ ਅਜਿਹੇ ਹਿੰਦੂ ਵਿਦਿਆਰਥੀ ਨੂੰ ਵਜ਼ੀਫਾ ਦੇ ਦਿੱਤਾ ਸੀ ਜਿਹੜਾ ਉਸ ਦਾ ਕਰੀਬੀ ਰਿਸ਼ਤੇਦਾਰ ਸੀ ਅਤੇ ਜਿਹਨੂੰ ਉਸ ਨੇ ਦਿੱਲੀੋਂ ਉਚੇਚੀ ਸਿਫਾਰਿਸ਼ ਕਰਕੇ ਬੁਲਾਇਆ ਸੀ। ਦਿੱਲੀ ਦਾ ਇਹ ਵਿਦਿਆਰਥੀ ਗੋਬਿੰਦ ਬਿਹਾਰੀ ਲਾਲ ਸੀ, ਜੋ ਰਿਸ਼ਤੇ 'ਚੋਂ ਲਾਲਾ ਹਰਦਿਆਲ ਦਾ ਸਾਲਾ ਲੱਗਦਾ ਸੀ। ਬਾਬਾ ਜੀ ਨੇ ਤਸਦੀਕ ਕੀਤਾ ਹੈ ਕਿ ਉਹ ਹਿੰਦੂ ਵਿਦਿਆਰਥੀ ਮੁਸਲਮਾਨ ਲੜਕੇ ਨਾਲੋਂ ਬਹੁਤ ਰੱਦੀ ਸੀ। ਉਸ ਨੂੰ ਵਜ਼ੀਫਾ ਦੇਣਾ ਭਾਈ ਜਵਾਲਾ ਸਿੰਘ ਦੇ ਪੈਸੇ ਨੂੰ ਖੂਹ ਖਾਤੇ ਸੁੱਟਣਾ ਸੀ। ਉਸ ਵਿੱਚ ਸਵਾਏ ਆਪ ਸਵਾਰਥ ਦੇ ਦੇਸ਼ ਭਗਤੀ ਤੇ ਵਤਨ ਪ੍ਰੇਮ ਦਾ ਰਤਾ ਲੇਸ ਨਹੀਂ ਸੀ। ਜਦੋਂ ਮੈਂ ਉਸ ਲੜਕੇ ਦਾ ਗਊ ਪ੍ਰੇਮ ਡਿੱਠਾ ਤਾਂ ਮੈਨੂੰ ਵੀ ਭਾਈ ਹਰਦਿਆਲ ਦੀ ਚੋਣ ਪਰ ਅਫਸੋਸ ਹੋਇਆ। ਬਾਬਾ ਜੀ ਨੇ ਮੰਨਿਆ ਹੈ ਕਿ ਇਸ ਗੱਲ ਨੇ ਪਹਿਲਾਂ ਕੈਲੀਫੋਰਨੀਆ ਅੰਦਰ ਸਾਡੇ ਕੰਮ ਵਿੱਚ ਬਹੁਤ ਅੜਿੱਕੇ ਡਾਏ ਐ, ਪਰ ਸਹਿਜੇ ਸਹਿਜੇ ਅਸਾਂ ਇਹਨਾਂ ਔਕੜਾਂ ਨੂੰ ਦੂਰ ਕਰਕੇ ਆਪਣਾ ਰਾਹ ਸਾਫ਼ ਕਰ ਲਿਆ ਤੇ ਮੁਸਲਮਾਨਾਂ ਨੂੰ ਸੁਸਾਇਟੀ ਭਾਵ ਪਾਰਟੀ ਉੱਤੇ ਕੋਈ ਗਿਲਾ ਬਾਕੀ ਨਾ ਰਿਹਾ। ਬਹੁਤ ਸਾਰੇ ਵਤਨ ਪ੍ਰੇਮੀ ਮੁਸਲਮਾਨਾਂ ਨੇ ਵੀ ਚੰਦੇ ਦਿੱਤੇ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਦੇ ਹਿੰਦੀ ਮੁਸਲਮਾਨ ਆਮ ਤੌਰ ਪਰ ਸੁਸਾਇਟੀ ਵਿੱਚ ਸ਼ਾਮਲ ਨਹੀਂ ਹੋਏ। ਬਾਬਾ ਜੀ ਦੇ ਉਪਰੋਕਤ ਵਰਣਨ ਤੋਂ ਇਹ ਵਾਜਬ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਉਹਨਾਂ ਵੱਲੋਂ ਵਜ਼ੀਫਾ ਕਾਂਡ ਬਾਰੇ ਸਪਸ਼ਟੀਕਰਨ ਦੇਣ ਉਪਰੰਤ ਮੁਸਲਮਾਨਾਂ ਨੂੰ ਗਦਰ ਪਾਰਟੀ ਉੱਤੇ ਕੋਈ ਗਿਲਾ ਬਾਕੀ ਨਹੀਂ ਰਹਿ ਗਿਆ ਸੀ, ਤਾਂ ਇਸ ਦੇ ਬਾਵਜੂਦ ਉਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਕਿਉਂ ਨਾ ਹੋਏ। ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਦੂਰ ਰੱਖਣ ਵਾਲੇ ਕੁਝ ਹੋਰ ਕਾਰਨ ਵੀ ਸਨ। ਇਹ ਕਾਰਨ ਜਾਣਨੇ ਬਹੁਤੇ ਮੁਸ਼ਕਲ ਨਹੀਂ ਹਨ। ਗਦਰੀ ਆਗੂ ਇਸ ਤੱਥ ਤੋਂ ਅਣਜਾਣ ਸਨ ਕਿ ਬੰਗਾਲ ਵਿੱਚ ਹਿੰਦੂ ਸਮਾਜ ਅੰਦਰ ਜਿਹੜੀ ਕ੍ਰਾਂਤੀਕਾਰੀ ਲਹਿਰ ਤੇ ਭਾਵਨਾ ਪ੍ਰਗਟ ਹੋ ਰਹੀ ਸੀ, ਉਹ ਆਪਣੇ ਮੂਲ ਖਾਸੇ ਤੇ ਰੁੱਖ ਪੱਖੋਂ ਉਗੜਵੇਂ ਰੂਪ ਵਿੱਚ ਮੁਸਲਮਾਨ ਵਿਰੋਧੀ ਸੀ। ਬੰਗਾਲੀ ਹਿੰਦੂ ਕ੍ਰਾਂਤੀਕਾਰੀਆਂ ਵੱਲੋਂ ਅਪਣਾਏ ਤੇ ਮਕਬੂਲ ਕੀਤੇ ਗਏ ਚਿੰਨ੍ਹ ਜਿਵੇਂ ਭਾਰਤ ਮਾਤਾ, ਵੰਦੇ ਮਾਤਰਮ
ਤੇ ਜੁਗਾਂਤਰ ਆਦਿ ਮੁਸਲਮਾਨਾਂ ਦੇ ਮੂਲ ਧਾਰਮਿਕ ਅਕੀਦਿਆਂ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਸਨ। ਗਦਰ ਪਾਰਟੀ ਵੱਲੋਂ ਅੰਨ੍ਹੇਵਾਹ ਇਹ ਹਿੰਦੂ ਚਿੰਨ੍ਹ ਅਪਣਾ ਲਏ ਜਾਣ ਕਰਕੇ ਮੁਸਲਮਾਨਾਂ ਦੇ ਦਿਲਾਂ ਅੰਦਰ ਇਸ ਬਾਰੇ ਸ਼ੰਕੇ ਤੇ ਸਵਾਲ ਖੜੇ ਹੋਣੇ ਕੁਦਰਤੀ ਸਨ। ਇਨ੍ਹਾਂ ਸਿਧਾਂਤਕ ਤੱਥਾਂ ਦੀ ਤੁਲਨਾ ਵਿੱਚ ਵਜ਼ੀਫੇ ਵਾਲੀ ਘਟਨਾ ਛੋਟੀ ਸੀ। ਗਦਰ ਅਖਬਾਰ ਦੇ 30 ਦਸੰਬਰ 1913 ਦੇ ਅੰਕ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਬੇਇਤਫਾਕ ਦੀ ਗੱਲ ਕਰਦਿਆਂ ਇਹ ਬੇਬਾਕ ਰਾਏ ਪ੍ਰਗਟਾਈ ਗਈ ਸੀ ਕਿ ਮੁਸਲਮਾਨਾਂ ਵਿੱਚ ਹਿੰਦੂ ਆਗੂਆਂ ਦੀ ਨੇਕ ਨੀਤੀ ਬਾਰੇ ਸ਼ੰਕੇ ਹਨ ਅਤੇ ਹਿੰਦੂ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਮੁਸਲਮਾਨਾਂ ਦੇ ਦਿਲਾਂ ਚੋਂ ਇਹ ਸ਼ੰਕੇ ਦੂਰ ਕਰਨ। ਇਤਫਾਕ ਲਈ ਇਹ ਜ਼ਰੂਰੀ ਹੈ ਕਿ ਕੁਝ ਬੁਨਿਆਦੀ ਅਸੂਲਾਂ ਬਾਰੇ ਇੱਕ ਰਾਏ ਬਣਾਈ ਜਾਵੇ, ਜਿਵੇਂ ਆਜ਼ਾਦੀ ਤੋਂ ਬਾਅਦ ਹਰ ਮਨੁੱਖ ਦੀ ਆਜ਼ਾਦੀ, ਮਜ਼ਹਬ ਦੀ ਆਜ਼ਾਦੀ, ਸਭ ਕੌਮਾਂ ਦੇ ਬਰਾਬਰ ਹੱਕ ਯਕੀਨੀ ਬਣਾਏ ਜਾਣ। ਜੇ ਇਹ ਅਸੂਲ ਨਾ ਦੱਸੇ ਜਾਣ ਤਾਂ ਮੁਸਲਮਾਨਾਂ ਦੇ ਦਿਲ ਵਿੱਚ ਕਿਸ ਤਰ੍ਹਾਂ ਮੁਲਕ ਦੀ ਮੁਹੱਬਤ ਹੋ ਸਕਦੀ ਹੈ, ਉਹਨਾਂ ਨੂੰ ਹਿੰਦੂਆਂ ਦੀ ਨੇਕ ਨੀਤ ਪੁਰ ਕਿਸ ਤਰ੍ਹਾਂ ਇਤਵਾਰ ਹੋ ਸਕਦਾ ਹੈ। ਬਾਬਾ ਭਕਨਾ ਜੀ ਮੁਤਾਬਕ ਜਦੋਂ ਲਾਲਾ ਹਰਦਿਆਲ ਅਮਰੀਕਾ ਤੋਂ ਚਲੇ ਗਏ ਤੇ ਉਹਨਾਂ ਦੀ ਥਾਂ ਭਾਈ ਸੰਤੋਖ ਸਿੰਘ ਪਾਰਟੀ ਦੇ ਨਵੇਂ ਜਨਰਲ ਸਕੱਤਰ ਚੁਣ ਲਏ ਗਏ ਤਾਂ ਕੈਲੀਫੋਰਨੀਆ ਦੇ ਹਿੰਦੀਆਂ ਦੇ ਦਿਲਾਂ ਵਿੱਚੋਂ ਸਾਰੀ ਬੇਪਰਤੀਤੀ ਦੂਰ ਹੋ ਗਈ ਸੀ। ਦੇਸ਼ ਭਗਤਾਂ ਦੀ ਮਦਦ ਤੇ ਨਵੇਂ ਚੀਫ ਸੈਕਟਰੀ ਭਾਈ ਸੰਤੋਖ ਸਿੰਘ ਦੀ ਘਾਲਣਾ ਔਰ ਨੇਕ ਨੀਤੀ ਦੇ ਕਾਰਨ ਮੈਨੂੰ ਕੈਲੀਫੋਰਨੀਆ ਦੀ ਜਥੇਬੰਦੀ ਵਿੱਚ ਪੂਰੀ ਸਫਲਤਾ ਪ੍ਰਾਪਤ ਹੋਈ। ਓਰੇਗਾਨ ਤੇ ਕੈਨੇਡਾ ਤੋਂ ਬਿਨਾਂ ਹੀ ਸਿਰਫ ਇਕੱਲੇ ਕੈਲੀਫੋਰਨੀਆ ਵਿੱਚ ਗਦਰ ਪਾਰਟੀ ਦੇ ਸਿਪਾਹੀਆਂ ਦੇ ਕੋਈ 72 ਕੁ ਜਥੇ ਇਹੋ ਜਿਹੇ ਕਾਇਮ ਹੋ ਗਏ ਜੋ ਹਰ ਵਕਤ ਤੇ ਹਰ ਤਰ੍ਹਾਂ ਸੁਸਾਇਟੀ ਦੇ ਹੁਕਮਪੁਰ ਕੌਮੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ। ਮੇਰੀ ਜਾਚੇ ਸ਼ਾਇਦ ਹੀ ਕੋਈ ਹਿੰਦੀ ਬਾਕੀ ਰਹਿ ਗਿਆ ਹੋਣਾ ਹੈ ਜੋ ਇਹਨਾਂ ਜਥਿਆਂ ਦਾ ਮੈਂਬਰ ਨਾ ਬਣਿਆ ਹੋਵੇ। ਇਹਨਾਂ ਦੇਸ਼ ਭਗਤਾਂ ਦੀ ਗਿਣਤੀ 4000 ਤੋਂ ਘੱਟ ਨਹੀਂ ਸੀ। ਸਰਾਭਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਿਆ। ਗਦਰ ਪਾਰਟੀ ਦੀ ਸਥਾਪਨਾ ਵੇਲੇ ਹੀ ਇਹ ਫੈਸਲਾ ਕਰ ਲਿਆ ਗਿਆ ਸੀ ਕਿ ਭਾਰਤ ਅੰਦਰ ਹਥਿਆਰਬੰਦ ਤਾਕਤ ਦੇ ਜ਼ੋਰ ਨਾਲ ਅੰਗਰੇਜ਼ੀ ਰਾਜ ਦਾ ਖਾਤਮਾ ਕੀਤਾ ਜਾਵੇਗਾ। ਇਹ ਐਵੇਂ ਹਵਾਈ ਖਿਆਲ ਨਹੀਂ ਸੀ, ਇਸ ਬਾਰੇ ਪੂਰੀ ਸੰਜੀਦਗੀ ਨਾਲ ਵਿਚਾਰ ਕੀਤੀ ਗਈ ਸੀ। ਜੰਗੀ ਫੌਜੀ ਤਿਆਰੀਆਂ ਕਰਨ ਲਈ ਬਕਾਇਦਾ ਮਤਾ ਪਾ ਕੇ ਮਤਾ ਨੰਬਰ 9 ਇੱਕ 3 ਮੈਂਬਰੀ ਗੁਪਤ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਗੁਪਤ ਕਮਿਸ਼ਨ ਵਿੱਚ ਪਾਰਟੀ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਤ ਕਾਂਸ਼ੀ ਰਾਮ ਸ਼ਾਮਲ ਸਨ। ਪਹਿਲੇ ਕੁਝ ਮਹੀਨੇ ਅਖਬਾਰ ਤੇ ਦਫ਼ਤਰ ਦਾ ਕੰਮ ਰਵਾਂ ਕਰਨ ਅਤੇ ਅਮਰੀਕਾ ਅੰਦਰ ਪਾਰਟੀ ਦੀ ਜਥੇਬੰਦੀ ਮਜ਼ਬੂਤ ਕਰਨ ਵੱਲ ਜ਼ਿਆਦਾ ਧਿਆਨ ਦੇਣਾ ਪਿਆ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਹੈ ਕਿ ਲਾਲਾ ਹਰਦਿਆਲ ਦੇ ਚਲੇ ਜਾਣ ਤੇ ਕਾਮਰੇਡ ਸੰਤੋਖ ਸਿੰਘ ਦੇ ਉਹਨਾਂ ਦੀ ਜਗ੍ਹਾ ਆਉਣ ਤੇ ਪਾਰਟੀ ਨੇ ਰੈਜੂਲੇਸ਼ਨ ਨੰਬਰ 9 ਤੇ ਅਮਲ ਦਰਾਮਦ ਸ਼ੁਰੂ ਕੀਤਾ, ਜਿਸ ਰੈਜੂਲੇਸ਼ਨ ਵਿੱਚ 3 ਮੈਂਬਰਾਂ ਦੇ ਕਮਿਸ਼ਨ ਦਾ ਜ਼ਿਕਰ ਸੀ। ਹੁਣ ਕਮਿਸ਼ਨ ਨੇ, ਜਿਸ ਵਿੱਚ ਸੋਹਣ ਸਿੰਘ ਭਕਨਾ ਪਾਰਟੀ ਪ੍ਰੈਜ਼ੀਡੈਂਟ, ਸੰਤੋਖ ਸਿੰਘ ਚੀਫ ਸੈਕਟਰੀ ਤੇ ਪੰਡਤ ਕਾਂਸ਼ੀ ਰਾਮ ਖਜ਼ਾਨਚੀ ਸਨ, ਇਨਕਲਾਬ ਦੀ ਤਰਫ ਪੂਰੀ ਤਵੱਜੋ ਦਿੱਤੀ। ਬਾਬਾ ਜੀ ਲਿਖਦੇ ਹਨ ਕਿ ਭਾਈ ਸੰਤੋਖ ਸਿੰਘ ਤੇ ਮੈਂ ਕਈ ਦਿਨ ਉਹਨਾਂ ਢੰਗਾਂ ਉੱਤੇ ਵਿਚਾਰ ਕਰਦੇ ਰਹੇ ਜਿਨ੍ਹਾਂ ਨੂੰ ਵਰਤ ਕੇ ਅਸੀਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਹਕੂਮਤ ਦਾ ਟਾਕਰਾ ਕਰਨ ਯੋਗ ਹੋ ਸਕੀਏ। ਉਸ ਵੇਲੇ ਭਾਰਤ ਅੰਦਰ ਬੰਗਾਲ ਦੇ ਹਿੰਦੂ ਕ੍ਰਾਂਤੀਕਾਰੀ ਅੰਗਰੇਜ਼ੀ ਰਾਜ ਦਾ ਖਾਤਮਾ ਕਰਨ ਲਈ ਹਿੰਸਾ ਦੇ ਰਾਹ ਦੀ ਵਕਾਲਤ ਕਰ ਰਹੇ ਸਨ। ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਥਿਆਰਬੰਦ ਕਾਰਵਾਈਆਂ ਮੁੱਖ ਤੌਰ ਤੇ ਡਾਕੇ ਮਾਰਨ ਅਤੇ ਅੰਗਰੇਜ਼ ਸਰਕਾਰ ਦੇ ਕਰਿੰਦਿਆਂ ਉੱਤੇ ਇੱਕਾ ਦੁੱਕਾ ਥਾਵਾਂ ਤੇ ਬੰਬ ਸੁੱਟਣ ਤੱਕ ਸੀਮਤ ਸਨ। ਬਾਬਾ ਜੀ ਦੇ ਕਥਨ ਅਨੁਸਾਰ ਉਹਨਾਂ ਨੇ ਤੇ ਭਾਈ ਸੰਤੋਖ ਸਿੰਘ ਨੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਇਸ ਰਣਨੀਤੀ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਅਖੀਰ ਵਿੱਚ ਉਹ ਇਸ ਨਿਰਣੇ ਤੇ ਪੁੱਜੇ ਕਿ ਇਸ ਤਰੀਕੇ ਨਾਲ ਬੰਬਾਂ ਦੇ ਜ਼ਰੀਏ ਅੰਗਰੇਜ਼ ਹਕੂਮਤ ਦੇ ਕੁਝ ਕਰਿੰਦਿਆਂ ਨੂੰ ਜਾਨੋਂ ਖਤਮ ਕਰ ਦੇਣ ਨਾਲ ਅੰਗਰੇਜ਼ੀ ਰਾਜ ਦਾ ਫਸਤਾ ਨਹੀਂ ਵੱਢਿਆ ਜਾ ਸਕਦਾ। ਗਦਰ ਪਾਰਟੀ ਦੀ ਰਣਨੀਤੀ ਅੰਦਰ ਫੌਜੀ ਪੱਧਰ ਤੇ ਵਿਆਪਕ ਤਿਆਰੀਆਂ ਕਰਨ ਦੇ ਕਾਰਜ ਨੂੰ ਕੇਂਦਰੀ ਅਹਿਮੀਅਤ ਦਿੱਤੀ ਗਈ ਸੀ। ਬਾਬਾ ਜੀ ਦੇ ਕਥਨ ਅਨੁਸਾਰ ਇਸ ਮਕਸਦ ਲਈ ਗੁਪਤ ਕਮਿਸ਼ਨ ਨੇ 2 ਜਰਨੈਲ ਛਾਂਟੇ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਕਸੇਲ,
ਇਹ ਦੋਵੇਂ ਨੌਜਵਾਨ ਸੱਚੇ ਮੁਹੱਬੇ ਵਤਨ, ਬੇਖੌਫ ਇਨਕਲਾਬੀ ਤੇ ਪੜ੍ਹੇ ਲਿਖੇ ਸਨ। ਊਧਮ ਸਿੰਘ ਹਾਂਗਕਾਂਗ ਵਿੱਚ ਤੋਪਖਾਨੇ ਅੰਦਰ ਨੌਕਰੀ ਵੀ ਕਰ ਚੁੱਕਾ ਸੀ ਤੇ ਫੌਜੀ ਕੰਮਾਂ ਦਾ ਮਾਹਰ ਸੀ। ਉਨੀ ਦਿਨੀ ਅੰਗਰੇਜ਼ਾਂ ਕੋਲ ਹਵਾਈ ਤਾਕਤ ਨਾ ਹੋਣ ਦੇ ਬਰਾਬਰ ਸੀ। ਕਮਿਸ਼ਨ ਨੇ ਆਉਣ ਵਾਲੇ ਦਿਨਾਂ ਵਿੱਚ ਹਵਾਈ ਤਾਕਤ ਦੀ ਮੀਰੀ ਤਾੜ ਲਈ ਸੀ। ਇਸ ਲਈ ਕਰਤਾਰ ਸਿੰਘ ਨੂੰ ਪੂਰਬੀ ਅਮਰੀਕਾ ਵਿੱਚ ਹਵਾਬਾਜ਼ੀ ਦਾ ਕੰਮ ਸਿਖਾਉਣ ਵਾਲੀ ਕੰਪਨੀ ਨਾਲ ਖਤੋ ਕਿਤਾਬਤ ਕਰਕੇ ਕੰਮ ਸਿੱਖਣ ਭੇਜ ਦਿੱਤਾ ਤੇ ਮਾਸਟਰ ਊਧਮ ਸਿੰਘ ਦੀ ਲੀਡਰੀ ਵਿੱਚ ਨੌਜਵਾਨਾਂ ਦਾ ਜੱਥਾ ਬੰਬਸਾਜੀ ਦਾ ਕੰਮ ਸਿੱਖਣ ਲੱਗਾ। ਹਰਨਾਮ ਸਿੰਘ ਟੁੰਡੀ ਲਾਟ ਦਾ ਹੱਥ ਬੰਬਸਾਜੀ ਸਿੱਖਦਿਆਂ ਹੀ ਉੜਿਆ ਸੀ। ਹੋਰ ਵੀ ਪਾਰਟੀ ਮੈਂਬਰਾਂ ਨੂੰ ਹਦਾਇਤ ਸੀ ਕਿ ਉਹ ਨਿਸ਼ਾਨੇਬਾਜ਼ੀ ਦਾ ਕੰਮ ਸਿੱਖਣ। ਬਾਬਾ ਸੋਹਣ ਸਿੰਘ ਭਕਨਾ ਦੇ ਸਵੈ ਕਥਨਾਂ ਤੋਂ ਮਾਲੂਮ ਹੁੰਦਾ ਹੈ ਕਿ ਉਹ ਜਿੱਥੇ ਇੱਕ ਪਾਸੇ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਭਾਰਤੀ ਫੌਜੀਆਂ ਅੰਦਰ ਇਨਕਲਾਬੀ ਪ੍ਰਚਾਰ ਕਰਕੇ ਉਹਨਾਂ ਨੂੰ ਬਗਾਵਤ ਲਈ ਤਿਆਰ ਕਰਨ ਦੇ ਕਾਰਜ ਨੂੰ ਭਾਰੀ ਤਰਜੀਹ ਦਿੰਦੇ ਸਨ, ਉੱਥੇ ਦੂਜੇ ਪਾਸੇ ਨਾਲ-ਨਾਲ ਅੰਗਰੇਜ਼ਾਂ ਦੇ ਫੌਜੀ ਟਿਕਾਣਿਆਂ ਨੂੰ ਹਵਾਈ ਜਹਾਜ਼ਾਂ ਨਾਲ ਬੰਬ ਸੁੱਟ ਕੇ ਤਬਾਹ ਕਰ ਦੇਣ ਦੀ ਜੰਗੀ ਰਣਨੀਤੀ ਅਪਣਾਉਣ ਬਾਰੇ ਪੂਰੇ ਗੰਭੀਰ ਸਨ। ਉਹ ਲਿਖਦੇ ਹਨ ਕਿ ਅਸੀਂ ਪਹਿਲਾਂ ਫੈਸਲਾ ਇਹ ਕੀਤਾ ਕਿ ਅਮਰੀਕਾ ਵਿੱਚ ਜਿਤਨੇ ਹਿੰਦੀ ਗੱਭਰੂ ਫੌਜੀ ਕੰਮ ਕਰਨ ਜੋਗੇ ਹਨ ਉਹਨਾਂ ਨੂੰ ਹਵਾਈ ਜਹਾਜ਼ਾਂ ਦਾ ਕੰਮ ਸਿਖਾਇਆ ਜਾਵੇ। ਫਿਰ ਜਿਹੜੇ ਗੱਭਰੂ ਉਹਨਾਂ ਵਿੱਚੋਂ ਹੁਸ਼ਿਆਰ ਤੇ ਲਾਇਕ ਮਾਲੂਮ ਹੋਣ ਉਹਨਾਂ ਨੂੰ ਉਹਨਾਂ ਦੇਸ਼ਾਂ ਵਿੱਚ ਘੱਲਿਆ ਜਾਵੇ ਜਿੱਥੇ ਉਹ ਚੰਗੀ ਤਰ੍ਹਾਂ ਹਵਾਈ ਜਹਾਜ਼ ਦੀ ਲੜਾਈ ਦੀ ਪ੍ਰੈਕਟਿਸ ਕਰ ਸਕਣ ਤੇ ਹੋਰ ਫੌਜੀ ਕੰਮ ਵੀ ਸਿੱਖਣ। ਅਮਰੀਕਾ ਤੋਂ ਹੋਰਨਾਂ ਦੇਸ਼ਾਂ ਵਿੱਚ ਬੰਦੇ ਘੱਲਣ ਲਈ ਬਹੁਤ ਸਾਰੇ ਰੁਪਏ ਦੀ ਲੋੜ ਸੀ, ਪਰ ਸੁਸਾਇਟੀ ਪਾਸ ਇਸ ਵਕਤ ਰੁਪਇਆ ਹੈ ਨਹੀਂ ਸੀ। ਇਸ ਕਰਕੇ ਅਸੀਂ ਸਿਰਫ ਇੱਕ ਗੱਭਰੂ ਕੰਮ ਸਿੱਖਣ ਵਾਸਤੇ ਘੱਲਣ ਦੀ ਵਿਚਾਰ ਕੀਤੀ। ਇਸ ਤਰ੍ਹਾਂ ਇੱਕ ਤਾਂ ਵੇਖਿਆ ਜਾਵੇਗਾ ਪਈ ਸਾਡੇ ਗੱਭਰੂ ਇਸ ਕੰਮ ਨੂੰ ਸਿੱਖ ਵੀ ਸਕਦੇ ਹਨ ਕਿ ਨਹੀਂ, ਦੂਜੇ ਉਸ ਦੇ ਜਹਾਜ਼ ਉਡਾਉਣਾ ਸਿੱਖ ਆਵਣਪੁਰ ਕਿਸੇ ਅਮਰੀਕਨ ਨਾਲ ਮਿਲ ਮਿਲਾ ਕੇ ਹਵਾਈ ਜਹਾਜ਼ ਦਾ ਲਾਇਸੈਂਸ ਲੈ ਲਵਾਂਗੇ ਤੇ ਇਉਂ ਬਾਕੀ ਗੱਭਰੂਆਂ ਨੂੰ ਵੀ ਸਿਖਾ ਦੇਵਾਂਗੇ। ਪਹਿਲਾ ਆਦਮੀ ਜੋ ਅਸਾਂ ਘੱਲਣ ਲਈ ਚੁਣਿਆ ਉਹ ਭਾਈ ਕਰਤਾਰ ਸਿੰਘ ਸੀ। ਉਸ ਨੂੰ ਈਸਟ ਪੂਰਬ ਵਿੱਚ ਕੰਮ ਸਿੱਖਣ ਲਈ ਘੱਲ ਦਿੱਤਾ ਗਿਆ। ਜੰਗੀ ਕੰਮਾਂ ਲਈ ਗਦਰ ਪਾਰਟੀ ਦਾ ਜਰਮਨ ਸਰਕਾਰ ਨਾਲ ਤਾਲਮੇਲ ਹੋ ਚੁੱਕਾ ਸੀ। ਭਾਈ ਸੰਤੋਖ ਸਿੰਘ ਨੇ ਸਾਨ ਫਰਾਂਸਿਸਕੋ ਵਿਚਲੇ ਜਰਮਨ ਕੌਂਸਲਰ ਰਾਜਦੂਤ ਨਾਲ ਗੁਪਤ ਰਾਬਤਾ ਕਾਇਮ ਕੀਤਾ ਹੋਇਆ ਸੀ। ਉਸ ਦੀ ਮਦਦ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਨੂੰ ਇੱਕ ਜਰਮਨ ਕੰਪਨੀ ਕੋਲ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਦੇਣ ਦਾ ਇੰਤਜ਼ਾਮ ਕੀਤਾ ਗਿਆ ਸੀ। ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਮਈ ਦੇ ਮਹੀਨੇ ਸਿਖਲਾਈ ਲੈਣ ਲਈ ਚਲਾ ਗਿਆ ਸੀ, ਕਿਉਂਕਿ 5 ਮਈ ਦੇ ਗਦਰ ਵਿੱਚ ਇਹ ਸੂਚਨਾ ਛਾਪੀ ਗਈ ਸੀ ਕਿ ਇੱਕ ਸੇਵਕ ਦੀ ਲੋੜ ਹੈ ਜੋ ਉਰਦੂ ਦੀ ਪੰਜਾਬੀ ਬਣਾ ਕੇ ਗੁਰਮੁਖੀ ਅੱਛੀ ਤਰ੍ਹਾਂ ਲਿਖ ਸਕੇ। ਅਗਲੇ ਪਰਚੇ ਵਿੱਚ ਫਿਰ ਇਹੀ ਨੋਟਿਸ ਦਿੱਤਾ ਗਿਆ ਸੀ। ਕਰਤਾਰ ਸਿੰਘ ਨੇ 13 ਅਪ੍ਰੈਲ ਨੂੰ ਸਟਾਕਟਨ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਉਸ ਤੋਂ ਬਾਅਦ ਤਕਰੀਬਨ 1.5 ਮਹੀਨੇ ਉਸ ਦੀ ਕਿਸੇ ਜਨਤਕ ਸਰਗਰਮੀ ਦਾ ਜ਼ਿਕਰ ਨਹੀਂ ਮਿਲਦਾ, ਜਿਸ ਤੋਂ ਅਨੁਮਾਨ ਲਾਇਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਉਹ ਨਿਊਯਾਰਕ ਵਿਖੇ ਗੁਪਤ ਰੂਪ ਵਿੱਚ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਿਹਾ ਸੀ। ਗੁਪਤ ਕਮਿਸ਼ਨ ਦੇ 3 ਮੈਂਬਰਾਂ ਤੋਂ ਬਿਨਾਂ ਇਸ ਬਾਰੇ ਹੋਰ ਕਿਸੇ ਨੂੰ ਜਾਣਕਾਰੀ ਨਹੀਂ ਸੀ। ਮਈ ਦੇ ਅੰਤ ਜਾਂ ਜੂਨ ਦੇ ਆਰੰਭ ਵਿੱਚ ਉਹ ਪੱਕ ਨਾਲ ਵਾਪਸ ਸਾਨ ਫਰਾਂਸਿਸਕੋ ਆ ਗਿਆ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਹੈ ਕਿ ਇੱਕ ਦਿਨ ਉਹ ਜੁਗਾਂਤਰ ਆਸ਼ਰਮ ਵਿੱਚ ਬੈਠੇ ਸਨ ਕਿ ਭਾਈ ਕਰਤਾਰ ਸਿੰਘ ਸਰਾਭਾ ਵੀ ਆ ਗਿਆ ਤੇ ਉਸ ਨੇ ਇਹ ਖੁਸ਼ਖਬਰੀ ਸੁਣਾਈ ਕਿ ਮੈਂ ਹਵਾਈ ਜਹਾਜ਼ ਉਡਾਉਣਾ ਸਿੱਖ ਆਇਆ ਹਾਂ। ਭਾਈ ਕਰਤਾਰ ਸਿੰਘ ਦੇ ਜਾਣ ਮਗਰੋਂ ਗੁਪਤ ਕਮੇਟੀ ਨੇ ਇੱਕ ਟੋਲੀ ਕੁਝ ਗੱਭਰੂਆਂ ਦੀ ਚੁਣ ਰੱਖੀ ਸੀ ਤਾਂ ਜੋ ਭਾਈ ਕਰਤਾਰ ਸਿੰਘ ਦੇ ਆਉਣ ਤੇ ਹਵਾਈ ਜਹਾਜ਼ ਮਸ਼ੀਨ ਆਦਿਕ ਖਰੀਦ ਕੇ ਦੇਸ਼ ਭਗਤਾਂ ਨੂੰ ਕੰਮ ਸਿਖਾਉਣਾ ਸ਼ੁਰੂ ਕੀਤਾ ਜਾਵੇ। ਇਸ ਪਾਰਟੀ ਵਿੱਚ ਭਾਈ ਊਧਮ ਸਿੰਘ ਦਾ ਨਾਮ ਖਾਸ ਹੈ, ਜਿਸ ਨੇ ਸਭ ਤੋਂ ਪਹਿਲਾਂ ਤੇ ਬਹੁਤ ਚਾਅ ਨਾਲ ਟੋਲੀ ਵਿੱਚ ਭਰਤੀ ਹੋਣ ਲਈ ਬੇਨਤੀ ਕੀਤੀ, ਪਰ ਅਜੇ ਹਵਾਈ ਜਹਾਜ਼ ਖਰੀਦਣ ਦਾ ਪ੍ਰਬੰਧ ਕਰ ਰਹੇ ਸਾਂ ਜੋ ਕਾਮਾਗਾਟਾ ਮਾਰੂ ਦੇ ਹਿੰਦੁਸਤਾਨ ਨੂੰ ਮੁੜਨ ਦੀ ਖਬਰ ਪੁੱਜ ਗਈ। ਇਸ ਨਾਲ ਗਦਰ ਪਾਰਟੀ ਸਾਹਮਣੇ ਹੰਗਾਮੀ ਹਾਲਤ ਪੈਦਾ ਹੋ ਗਈ ਅਤੇ ਉਸ ਨੂੰ ਆਪਣੇ ਕਾਰਜ ਨਵੇਂ ਸਿਰਿਓਂ ਵਿਉਂਤਣੇ ਪੈ ਗਏ। ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 17ਵਾਂ,
ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।